ਅਜੀਤ ਕੌਰ ਦੀ ਕਹਾਣੀ ਮਾਮੀ ਭਾਗ ਦੂਜਾ। ਔਰਤ ਦੀ ਗੱਲ ਹੋਰ ਏ, ਉਹਦੀ ਪੂਰੀ ਦੀ ਪੂਰੀ ਜ਼ਿੰਦਗੀ ਦਾ ਸ਼ੁਰੂ ਵੀ ਖਾਵੰਦ ਹੁੰਦਾ ਏ ਤੇ ਅਖੀਰ ਵੀ ਖਾਵੰਦ ਹੁੰਦਾ ਏ। ਪਰ ਮਰਦ ਲਈ ਔਰਤ ਉਹਦੀ ਜ਼ਿੰਦਗੀ ਦਾ ਸਿਰਫ ਇੱਕ ਹਿੱਸਾ ਹੁੰਦੀ ਏ, ਇੱਕ ਛੋਟਾ ਜਿਹਾ ਹਿੱਸਾ। ਜੇ ਉਹ ਹਿੱਸਾ ਵੀ ਬਣ ਸਕੇ ਔਰਤ ਤਾਂ ਉਹ ਘਰ ਦੀ ਰਾਣੀ ਹੁੰਦੀ ਏ, ਤੇ ਜੇ ਉਹੀ ਨਾ ਬਣ ਸਕੇ ਤਾਂ ਨਾ ਘਰ ਦੀ ਨਾ ਘਾਟ ਦੀ, ਨਾ ਮੋਇਆਂ ਵਿੱਚ ਤੇ ਨਾ ਜਿਉਂਦਿਆਂ ਵਿੱਚ। ਮਾਮੇ ਦੀ ਮੌਤ ਨੇ ਜਿਵੇਂ ਸਾਡੇ ਦੋਹਾਂ ਵਿੱਚੋਂ ਵਰਿਆਂ ਦੀ ਵਿੱਥ ਪਿਘਲਾ ਦਿੱਤੀ ਸੀ। ਮੇਰੀ ਮਾਂ ਇੱਕ ਸਹੇਲੀ ਵਾਂਗੂ ਮੇਰੇ ਨਾਲ ਗੱਲਾਂ ਕਰ ਰਹੀ ਸੀ। ਮੈਂ ਕਿੰਨਾ ਹੀ ਚਿਰ ਚੁੱਪ ਰਹੀ, ਸੋਚਦੀ ਰਹੀ। ਸੋਚਾਂ ਮੇਰੇ ਕਲੇਜੇ ਵਿੱਚ ਗਰਮ ਸਲਾਖਾਂ ਵਾਂਗੂ ਖੁੱਭਦੀਆਂ ਰਹੀਆਂ। ਮੇਰੀ ਮਾਂ ਵੀ ਆਪਣੇ ਗੋਡੇ 'ਤੇ ਠੋਡੀ ਰੱਖ ਕੇ ਪਤਾ ਨਹੀਂ ਕੀ ਕੀ ਸੋਚ ਰਹੀ ਸੀ। ਫਿਰ ਮਾਂ ਬਸ ਪੇਕੇ ਜਾਵੇ ਤਾਂ ਮਾਪਿਓ ਫਿਰ ਸਹੁਰੇ ਘਰ ਛੱਡ ਜਾਣ। ਸੱਸ ਆਖੇ, ਜੇ ਤੂੰ ਮੇਰੇ ਪੁੱਤਰ ਦੇ ਕੰਮ ਦੀ ਹੀ ਨਹੀਂ ਤਾਂ ਮੈਂ ਤੈਨੂੰ ਚੁੱਲ੍ਹੇ ਵਿੱਚ ਡਾਹਣਾ ਏ। ਉਹਦੀ ਸੱਸ ਵੀ ਇੱਕ ਔਰਤ ਹੀ ਸੀ। ਇੱਕ ਤਲਕ ਮੇਰੇ ਮੱਥੇ ਵਿੱਚ ਤਰਾਟ ਵਾਂਗੂ ਉੱਭਰੀ। ਫਿਰ ਉਹਦੇ ਖਾਵੰਦ ਨੇ ਉਹਨੂੰ ਆਪਣੇ ਘਰ ਤੋਂ ਦੂਰ ਕਿਸੇ ਦੀ ਮਕਾਨ ਵਿੱਚ ਇੱਕ ਕੋਠੜੀ ਲੈ ਦਿੱਤੀ। ਉਹਦਾ ਕਿਰਾਇਆ ਉਹ ਹਰ ਮਹੀਨੇ ਆਪ ਦੇ ਆਂਦਾ ਸੀ। ਤੇ ਮਾਮੀ ਚਲੀ ਗਈ ਉੱਥੇ। ਜਾਂਦੀ ਨਾ ਤਾਂ ਕੀ ਕਰਦੀ। ਉਹ ਕਹਿੰਦਾ ਸੀ, ਮੈਂ ਤੇਰਾ ਰੋਟੀ ਦਾ ਖਰਚ ਤਾਈਓ ਦੇਣਾ ਏ ਜੇ ਤੂੰ ਮੇਰੀਆਂ ਅੱਖਾਂ ਤੋਂ ਦੂਰ ਹੋਵੇਂਗੀ। ਰੋਟੀ ਦਾ ਖਰਚ? ਹਾਂ, 10 ਰੁਪਏ ਮਹੀਨਾ ਉਹ ਮਾਮੀ ਨੂੰ ਦਿੰਦਾ ਹੁੰਦਾ ਸੀ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਮਾਮੀ ਆਪਣੇ ਖਾਵੰਦ ਦੇ ਵਿਹੜੇ ਦਹਿਲੀਜ਼ਾਂ ਵਿੱਚ ਜਾ ਬਹਿੰਦੀ ਤੇ 10 ਰੁਪਏ ਉਹ ਨੌਕਰ ਦੇ ਹੱਥ ਅੰਦਰੋਂ ਉਹਨੂੰ ਭਿਜਵਾ ਦਿੰਦਾ। 10 ਰੁਪਏ ਮਹੀਨਾ, ਸਾਰੀ ਜ਼ਿੰਦਗੀ ਦੀ ਕੀਮਤ, ਸਾਰੇ ਖਾਬਾਂ ਦੀ ਤੇ ਸਾਹਾਂ ਦੀ ਤੇ ਹੱਡੀਆਂ ਦੀ ਤੇ ਕਾਲੇ ਸਾਂਵਲੇ ਗੋਸ਼ਤ ਦੀ ਕੀਮਤ। ਕਿਉਂਕਿ ਮਾਮੀ ਨੂੰ ਉਹਦੇ ਖਾਵੰਦ ਨੇ ਵਸਾਇਆ ਨਹੀਂ, ਉਜਾੜ ਦਿੱਤਾ। ਖੇਤ ਨੂੰ ਸਾਈਂ ਵਾਹੇ ਸੁਆਰੇ ਗੋਡੇ, ਬੀਜੇ ਤੇ ਖੇਤ ਵਸ ਪਿਆ, ਨਹੀਂ ਤੇ ਰਤਾ ਰਿਟ ਉਜਾੜ। ਮਕਾਨ ਵਿੱਚ ਕੋਈ ਰਹੇ ਪੁੰਜੇ, ਲਿਸ਼ਕਾਏ ਤੇ ਮਕਾਨ ਵਸ ਪਿਆ, ਨਹੀਂ ਤੇ ਕਬੂਤਰਾਂ ਦੀਆਂ ਵਿੱਠਾਂ, ਗਰਦ ਗੁਬਾਰ, ਮਿੱਟੀ ਕੱਟਾ ਤੇ ਉਜਾੜ। ਸੁਨ ਮਸਾਨਾ ਦਾ ਵੀ ਕੀ ਜਿਉਣੇ, ਮੈਂ ਸੋਚੀ ਜਾ ਰਹੀ ਸਾਂ। ਤੇ ਮਾਮੀ ਫਿਰ ਕਈ ਦਿਨ ਕਲਪਦੀ ਰਹਿੰਦੀ, ਕੰਧਾਂ ਬੂਹਿਆਂ ਨਾਲ ਲੱਗ ਲੱਗ ਕੇ ਰੋਂਦੀ ਰਹਿੰਦੀ। ਆਖਦੀ, ਹੋਰ ਤੇ ਮੈਂ ਸਭ ਕੁਝ ਸਹਾਰ ਲਿਆ, ਪਰ ਇਹ ਨਹੀਂ ਮੇਰੇ ਕੋਲੋਂ ਸਹਾਰਿਆ ਜਾਂਦਾ। ਉਹਦੀ ਗਲੀ ਵਿੱਚ ਜਦੋਂ ਮੈਂ ਵੜਨੀ ਆ, ਮੇਰੇ ਅੰਦਰ ਕੁਝ ਧੁਖਦਾ ਏ। ਉਹਦੇ ਘਰ ਦੀਆਂ ਦਹਿਲੀਜ਼ਾਂ ਵਿੱਚ ਜਦੋਂ ਮੈਂ ਜਾ ਕੇ ਬਹਿੰਦੀ ਆ, ਮੈਨੂੰ ਲੱਗਦਾ ਏ ਮੇਰੇ ਅੰਦਰ ਕੁਝ ਸੜਦਾ ਏ ਪਿਆ। ਜਦੋਂ ਉਸ ਵਿਹੜੇ ਵਿੱਚੋਂ ਟੁਰਦੀ ਫਿਰਦੀ ਮੈਨੂੰ ਦਿਸਦੀ ਏ, ਸੋਨੇ ਤੇ ਰੇਸ਼ਮਾਂ ਨਾਲ ਲੱਦੀ ਹੋਈ, ਤੇ ਉਹਦਾ ਖਾਵੰਦ 10 ਰੁਪਏ ਨੌਕਰ ਦੇ ਹੱਥ ਮੈਨੂੰ ਬਾਹਰ ਭਿਜਵਾਉਂਦਾ ਏ, ਮੇਰੇ ਅੰਦਰ ਪਾਂਬੜ ਬਲ ਉੱਠਦੇ ਨੇ। ਦੂਜਾ ਵਿਆਹ ਕਰਾ ਲਿਆ ਸੀ ਉਹਦੇ ਖਾਵੰਦ ਨੇ। ਹਾਂ, ਦੂਜਾ ਕਰਾ ਲਿਆ ਸੀ। ਤੇ ਉਹਦੀ ਸੌਕਣ ਮਾਮੀ ਵੱਲ ਇੰਜ ਵੇਖਦੀ ਸੀ ਜਿਸ ਤਰ੍ਹਾਂ ਕਿਸੇ ਕੋੜ ਪਏ ਹੋਏ ਮਨੁੱਖ ਵੱਲ ਵੇਖੀਦਾ ਏ ਜਾਂ ਭਾ ਪਏ ਹੋਏ ਕੁੱਤੇ ਵੱਲ ਵੇਖੀਦਾ ਏ। ਉਹ ਵੀ ਔਰਤ ਸੀ। ਪਰ ਜਦੋਂ ਝੱਖੜ ਚੁੱਲਿਆ ਹੋਵੇ ਤੇ ਛੱਤ ਇੱਕੋ ਹੀ ਹੋਵੇ ਤਾਂ ਮਨੁੱਖ ਉਸ ਛੱਤ ਹੇਠਾਂ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰੇਗਾ ਹੀ, ਦੂਜੇ ਨੂੰ ਧੱਕਾ ਦੇ ਕੇ ਬਾਹਰ ਕੱਢੇਗਾ ਹੀ। ਪਰ ਮਾਮੀ ਉੱਥੇ ਜਾਂਦੀ ਹੀ ਕਿਉਂ ਸੀ? ਆਪਣਾ ਕੋਈ ਕੰਮ ਕਰ ਲੈਂਦੀ, ਰੋਟੀ ਕਮਾ ਲੈਂਦੀ। ਮੈਨੂੰ ਗੁੱਸਾ ਆ ਰਿਹਾ ਸੀ। ਸ਼ਰੀਫ ਘਰਾਣਿਆਂ ਦੀਆਂ ਨੂੰਹਾਂ ਧੀਆਂ ਕੋਈ ਇਸ ਤਰ੍ਹਾਂ ਕਮੀਆਂ ਕਮੀਣਾ ਵਾਂਗੂ ਕੰਮ ਕਰਦੀਆਂ ਸਨ। ਮਾਮੀ ਕੀ ਕਰਦੀ? ਸਹੁਰਿਆਂ ਪੇਕਿਆਂ ਦੀ ਇੱਜ਼ਤ ਨੂੰ ਛਾਤੀ ਨਾਲ ਲਾ ਕੇ ਬੈਠੀ ਰਹੀ ਤੇ ਆਪਣੇ ਹੱਡ ਬਾਲਦੀ ਰਹੀ। ਖਾਨਦਾਨ, ਇੱਜ਼ਤ, ਨੂੰਹ ਧੀ, ਵਾਹ! ਸੋਚਦੀ ਸਾਂ ਪਈ। ਇਸੇ ਤਰ੍ਹਾਂ ਇੰਨੇ ਵਰਿਆਂ ਦੇ ਵਰੇ ਗੁਜ਼ਾਰ ਲਏ, ਆਪਣੀ ਹੱਡਾਂ ਵਰਗੀ ਜਵਾਨੀ ਨੂੰ ਸਾੜ ਕੇ ਸਵਾਹ ਕਰ ਲਿਆ। ਤੇ ਫਿਰ ਉਹਦਾ ਆਦਮੀ ਮਰ ਗਿਆ। ਉਸ ਦੀ ਸੌਕਣ ਨੇ ਕਿਹਾ, ਮੈਂ ਤੇ ਕੋਈ ਨਹੀਂ 10 ਰੁਪਏ ਮਹੀਨੇ ਦੇਣੇ। ਐਵੇਂ ਖਾਮ ਖਾ
क्यों कूड़े ते सुट्टां। फिर बरादरी ਦੇ ਲੋਕਾਂ ਨੇ ਉਹਨੂੰ ਕਿਹਾ, ਬਈ ਜੇ 10 ਰੁਪਏ ਨਾ ਦੇਂਗੀ ਉਹਨੂੰ ਤਾਂ ਉਹ ਖਾਏਗੀ ਕਿੱਥੋਂ? ਸਾਰੇ ਮਕਾਨ ਜਾਇਦਾਦ ਤੇਰਾ ਮਰਦ ਤੇਰੇ ਨਾਲ ਆ ਗਿਆ ਏ, ਉਹ ਵਿਚਾਰੀ ਰੋਟੀ ਕਿੱਥੋਂ ਖਾਵੇ। ਉਹ ਮੰਨ ਗਈ। ਮੰਨੀ ਕੀ? ਕਹਿਣ ਲੱਗੀ, ਰੋਟੀ ਖਾਣੀ ਸੂ ਤੇ ਖਾਵੇ, ਕੰਮ ਕਰੇ ਤੇ ਖਾਵੇ। ਮੈਂ ਹੁੰਗਾਰਾ ਭਰਿਆ। ਮਾਮੀ ਚਲੀ ਗਈ ਉੱਥੇ, ਉਸੇ ਘਰ ਵਿੱਚ ਜਿਸ ਘਰ ਵਿੱਚ ਉਹਦੀ ਡੋਲੀ ਗਈ ਸੀ, ਜਿਸ ਘਰ ਦੀ ਦਹਿਲੀਜ਼ਾਂ ਵਿੱਚ ਬਹਿ ਕੇ ਉਸ ਨੂੰ 10 ਰੁਪਏ ਮਹੀਨੇ ਦੀ ਪਹਿਲੀ ਤਰੀਕ ਮਿਲਿਆ ਕਰਦੇ ਸਨ। ਉਹ ਗਈ ਅਤੇ ਉਹਦੀ ਸੌਕਣ ਨੇ ਆਪਣੇ ਨੌਕਰ ਨੂੰ ਜਵਾਬ ਦੇ ਦਿੱਤਾ। ਨੌਕਰ ਦਾ ਕੰਮ ਮਾਮੀ ਨੇ ਸਾਂਭ ਲਿਆ। ਨੌਕਰ ਦੇ ਹਿੱਸੇ ਦੀ ਰੋਟੀ ਮਾਮੀ ਨੂੰ ਮਿਲਣ ਲੱਗੀ। ਮੈਂ ਜਿਵੇਂ ਕਿਸੇ ਧੁੰਦ ਵਿੱਚ ਗੁਆਚਦੀ ਜਾ ਰਹੀ ਸੀ। ਇਹ ਕਿਹੋ ਜਿਹੀ ਧੁੰਦ ਸੀ? ਇਹਦੇ ਵਿੱਚੋਂ ਨਿਕਲਣ ਦਾ ਕੋਈ ਰਾਹ ਨਹੀਂ ਸੀ, ਅਤੇ ਇਸੇ ਕਰਕੇ ਇੱਕ ਬੇਬਸੀ ਸੀ, ਪੀੜ ਨਾਲ ਭਰੀ ਹੋਈ ਬਹਿਸ, ਬੇਬਸੀ ਅਤੇ ਉਹ ਤਲਖ ਅਹਿਸਾਸ ਸੀ, ਅਤੇ ਦਰਦ ਦੀ ਇੱਕ ਤਰਾਟ ਸੀ। ਮਾਮੀ ਕੰਮ ਕਰਦੀ, ਰੋਟੀਆਂ ਪਕਾਉਂਦੀ, ਮੱਝ ਦਾ ਗਤਾਵਾ ਕਰਦੀ, ਦੁੱਧ ਰਿੜਕਦੀ, ਗੋਹੇ ਥੱਪਦੀ, ਬਹੂ ਕਰਾ ਫੇਰਦੀ, ਆਪਣੀ ਸੌਕਣ ਦੇ ਪਿੰਡੇ 'ਤੇ ਮਾਲਿਸ਼ ਕਰਦੀ ਅਤੇ ਉਹਦਾ ਸਿਰ ਚੱਸਦੀ। ਪਰ ਜਦੋਂ ਉਹ ਬਾਲਾਂ ਦਾ ਕੰਮ ਕਰਦੀ, ਪਤਾ ਨਹੀਂ ਕਿਹੜੀ ਤਸੱਲੀ ਉਹਨੂੰ ਹੁੰਦੀ, ਪਤਾ ਨਹੀਂ ਕਿਹੜੇ ਚਾਅ ਨਾਲ ਉੱਡ ਉੱਡ ਕੇ ਉਹ ਸਾਰੇ ਬੱਚਿਆਂ ਦੀਆਂ 7 ਚਾਕਰੀਆਂ ਕਰਦੀ। ਸੱਕੀ ਮਾਂ ਇਸ ਤਰ੍ਹਾਂ ਨਹੀਂ ਸੇਵਾ ਕਰਦੀ ਹੋਣੀ ਜਿਸ ਤਰ੍ਹਾਂ ਉਹਨੇ ਆਪਣੀ ਸੌਕਣ ਦੇ ਬਾਲਾਂ ਦੀ ਕੀਤੀ। ਹੁਣ ਤਾਂ ਉਹਨੂੰ ਇਹ ਵੀ ਝੋਰਾ ਸੀ ਭਈ ਉਹ ਵੀ ਨਹੀਂ ਉਹਦੀ ਬਾਤ ਪੁੱਛਦੇ। ਇਹੋ ਹੀ ਗਮ ਸੀ ਉਸਨੂੰ। ਤਾਈਏ ਤੁਸੀਂ 7 ਕੰਮ ਛੱਡ ਕੇ ਵੀ ਉਹਦੀ ਗੱਲ ਸੁਣਦੇ ਸੋ। ਤੁਰ ਗਈ ਗੱਲਾਂ ਸੁਣਾਉਣ ਵਾਲੀ, ਸੌਖੀ ਹੋ ਗਈ। ਮੇਰੀ ਮਾਂ ਨੇ ਡੂੰਘਾ ਹੋਕਾ ਭਰਿਆ ਅਤੇ ਗੋਡਿਆਂ 'ਤੇ ਹੱਥ ਰੱਖ ਕੇ ਉੱਠ ਖਲੋਤੇ, ਰਸੋਈ ਵੱਲ ਤੁਰ ਪਏ ਅਤੇ ਪੱਲੇ ਨਾਲ ਉਹਨਾਂ ਨੇ ਅੱਖਾਂ ਪੂੰਝ ਲਈਆਂ। ਸਾਹਮਣੇ ਘਰ ਵਿੱਚ ਰੋਣ ਦੀ ਆਵਾਜ਼ ਖਤਮ ਹੋ ਚੁੱਕੀ ਹੈ। ਰੋਣ ਦੀ ਰਸਮ ਪੂਰੀ ਹੋ ਚੁੱਕੀ ਹੈ। ਹੁਣ ਸ਼ਾਇਦ ਮਾਮੀ ਨੂੰ ਨੁਹਾਇਆ ਜਾਏਗਾ, ਨਵੇਂ ਕੱਪੜੇ ਪਵਾਏ ਜਾਣਗੇ ਅਤੇ ਉੱਤੇ ਉਹ ਲੋਈ, ਉਹ ਕੁਲੀ ਮਟਮੈਲੇ ਰੰਗ ਦੀ ਕਾਤਲ ਲੋਈ। ਥੋੜ੍ਹਾ ਚਿਰ ਹੋਇਆ ਏ ਮੈਂ ਮਾਮੀ ਦੇ ਘਰ ਗਈ ਹਾਂ। ਉਸੇ ਕੋਠੜੀ ਵਿੱਚ ਉਹ ਪਈ ਸੀ ਅਤੇ ਉਹਦੇ ਉੱਤੇ ਇੱਕ ਨਵੀਂ ਨਕੋਰ ਮਟਮੈਲੇ ਰੰਗ ਦੀ ਗਰਮ ਲੋਈ ਪਈ ਸੀ ਅਤੇ ਮਾਮੀ ਦੀ ਸੌਕਣ ਦਾ ਪੁੱਤਰ ਸਿੰਦਰ ਪਰਲੇ ਕਮਰੇ ਵਿੱਚ ਗੁੰਮਸੁੰਮ ਬੈਠਾ ਸੀ। ਮਾਮੀ ਦੀ ਸੌਕਣ ਨੂੰ ਅਸੀਂ ਨਿੱਕੀ ਮਾਮੀ ਕਿਹਾ ਕਰਦੇ ਸਾਂ। ਨਿੱਕੀ ਮਾਮੀ ਨੇ ਮੈਨੂੰ ਸੱਦ ਕੇ ਹੌਲੀ ਜਿਹੀ ਇੱਕ ਪਾਸੇ ਕਿਹਾ, ਜੀਤ, ਸਿੰਦਰ ਵੀਰੇ ਨੂੰ ਰੋਟੀ ਖਵਾ ਦੇ। ਸਵੇਰ ਦਾ ਇੰਜੇ ਡੌਰ ਭੋਰ ਬੈਠਾ ਏ, ਖਬਰੇ ਕੀ ਹੋਇਆ ਸੂ। ਮੈਂ ਚੁੱਪਚਾਪ ਕਰ ਗਈ। ਪਲੇਟ ਵਿੱਚ ਰੋਟੀ ਰੱਖ ਕੇ ਚੁੰਨੀ ਨਾਲ ਕੱਜ ਕੇ ਉਸ ਕਮਰੇ ਵਿੱਚ ਲੈ ਗਈ ਜਿੱਥੇ ਸਿੰਦਰ ਬੈਠਾ ਸੀ। ਵੀਰ, ਰੋਟੀ ਖਾ ਲਓ। ਅਤੇ ਸਿੰਦਰ ਨੇ ਅਚਕਚਾ ਕੇ ਹੜਬੜਾ ਕੇ ਮੇਰੇ ਵੱਲ ਤੱਕਿਆ। ਉਹਦੀਆਂ ਅੱਖਾਂ ਵਿੱਚ ਡਰ ਸੀ, ਹੈਰਾਨੀ ਸੀ, ਜਿਵੇਂ ਉਹਨੂੰ ਕੁਝ ਸਮਝ ਨਾ ਆ ਰਹੀ ਹੋਵੇ। ਫਿਰ ਉਹ ਬਾਲਾ ਵਾਂਗੂ ਰੋ ਪਿਆ। ਜੀਤ, ਪਤਾ ਨਹੀਂ ਕੀ ਹੋਇਆ। ਮੈਂ ਵੱਡੀ ਅੰਮਾ ਵਾਸਤੇ ਲੋਈ ਲਿਆਇਆ। ਬੜੇ ਵਰ੍ਹਿਆਂ ਤੋਂ ਉਹ ਮੈਨੂੰ ਕਹਿੰਦੀ ਸੀ, ਸਿੰਦਰ, ਤੇਰੀ ਨੌਕਰੀ ਵੀ ਲੱਗੀ ਸੁੱਖ ਨਾਲ, ਪਰ ਆਪਣੀ ਬੁੱਢੜੀ ਮਾਂ ਜੋਗੀ ਤੂੰ ਕੋਈ ਚੀਜ਼ ਨਾ ਲਿਆਇਓ। ਵੇ ਪੁੱਤਰ, ਇੱਕ ਲੋਈ ਹੀ ਲੈ ਦੇ, ਗਰਮ ਹੱਡ ਕੁੜਕਦੇ ਨੇ, ਪਾਲੇ ਵਿੱਚ ਨਿੱਘ ਆਵੇਗਾ। ਅਤੇ ਮੈਂ ਸੋਚਾਂਗੀ ਮੇਰਾ ਪੁੱਤਰ ਕਮਾ ਕੇ ਲਿਆਇਆ ਹੈ ਕੁਝ ਮਾਂ ਜੋਗਾ। ਅਤੇ ਹੁਣ ਮੈਂ ਸੋਚਿਆ ਵੱਡੀ ਅੰਮਾ ਬਿਮਾਰ ਏ, ਲੋਈ ਲੈ ਜਾਵਾਂ। ਬਸ ਚਾਈ ਉਹ ਮੰਜੇ 'ਤੇ ਉੱਠ ਕੇ ਬਹਿ ਗਈ। ਲੋਈ ਦੀ ਬੁੱਕਲ ਉਹਨੇ ਮਾਰੀ। 7 ਅਸੀਸਾਂ ਉਹਨੇ ਮੈਨੂੰ ਦਿੱਤੀਆਂ। ਹੱਸਦੀ ਹੱਸਦੀ ਹੱਥ ਹੁਲਾਰ ਕੇ ਮੇਰੀ ਪਿੱਠ 'ਤੇ ਪਿਆਰ ਦੇਣ ਲੱਗੀ ਕਿ ਧੰਮ ਕਰਕੇ ਮੰਜੀ 'ਤੇ ਡਿੱਗ ਪਈ। ਮੈਂ ਹੱਥ ਲਾਇਆ, ਨਬਜ਼ ਹੀ ਨਾ ਲੱਭੇ। ਡਾਕਟਰ ਨੂੰ ਬੁਲਾਇਆ। ਉਹ ਕਹਿਣ ਲੱਗਾ, ਇਹ ਤਾਂ ਮਰ ਗਈ।